श्री नानक साहिब जी ने कहा कि ये नीच जात था, काशी का जुलाहा धानक है। ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਝੂਠੀਆਂ ਗੱਲਾਂ ਕਹੀਆਂ, ਕਬੀਰ ਜੀ ਦੇ ਬਾਰੇ ਬੜਾ ਕੁਝ ਗਲਤ ਬੋਲਿਆ, ਆਪਣੇ ਆਪ ਨੂੰ ਇਹ ਬੰਦਾ ਰੱਬ ਕਹਿੰਦਾ। ਇਸ ਬੰਦੇ ਕੋਲ 2019 ਦੇ ਵਿੱਚ 10 ਕਰੋੜ ਤੋਂ ਵੱਧ ਰੁਪਈਆ ਸੀ। ਇਹ ਬੰਦੇ ਨੇ ਆਪ ਤਾਂ ਨਹੀਂ ਕਮਾਇਆ, ਇਹਨੇ ਲੋਕਾਂ ਨੂੰ ਠੱਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੱਲ ਕਰਦੇ ਹਾਂ ਇੱਕ ਐਸੇ ਬੰਦੇ ਦੇ ਬਾਰੇ ਜਿਨੇ ਪੰਜਾਬ ਦੇ ਵਿੱਚ ਰਹਿ ਕੇ ਸਿੱਖੀ ਦਾ ਬੜਾ ਕਾਨ ਕੀਤਾ। ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਝੂਠੀਆਂ ਗੱਲਾਂ ਕਹੀਆਂ, ਕਬੀਰ ਜੀ ਦੇ ਬਾਰੇ ਬੜਾ ਕੁਝ ਗਲਤ ਬੋਲਿਆ, ਆਪਣੇ ਆਪ ਨੂੰ ਇਹ ਬੰਦਾ ਰੱਬ ਕਹਿੰਦਾ। ਇਹ ਬੰਦਾ ਹਰਿਆਣਾ ਸੋਨੀਪਤ ਦਾ ਬੰਦਾ ਏ। ਅਖਵਾਉਂਦਾ ਨਾਮ ਕਰਕੇ ਸੰਤ ਰਾਮਪਾਲ। ਇਹ ਪਖੰਡੀ ਕਲੇਮ ਕਰਦਾ ਹੈ ਕਿ ਕਬੀਰ ਜੀ ਅਲਟੀਮੇਟ ਗੋਡ ਯਾਨੀ ਕਿ ਅਕਾਲ ਪੁਰਖ ਸਨ, ਤੇ ਇਹ ਬੰਦਾ ਆਪ ਕਬੀਰ ਜੀ ਦਾ ਅਵਤਾਰ ਹੈ, ਕਬੀਰ ਜੀ ਦੀ ਰੀਇਨਕਾਰਨੇਸ਼ਨ ਹੈ। ਇਹਨੇ ਆਪਣੀ ਵੈਬਸਾਈਟ ਤੇ ਵੀ ਲਿਖ ਕੇ ਲਾਇਆ, ਸਿਰਫ ਸੰਤ ਰਾਮਪਾਲ ਹੀ ਬ੍ਰਹਮੰਡ ਵਿੱਚ ਇੱਕ ਸੱਚਾ ਗੁਰੂ ਹੈ ਤੇ ਸੰਤ ਰਾਮਪਾਲ ਨੂੰ ਗੁਰੂ ਮੰਨੇ ਤੋਂ ਬਗੈਰ ਕਿਸੇ ਨੂੰ ਮੋਕਸ਼ ਨਹੀਂ ਮਿਲ ਸਕਦਾ। ਫਿਰ BBC ਵਾਲਿਆਂ ਨੂੰ ਵੀ ਇਹਦੇ ਆਸ਼ਰਮ ਵਾਲਿਆਂ ਨੇ ਆਪ ਹੀ ਦੱਸਿਆ ਕਿ ਰਾਮਪਾਲ ਕਬੀਰ ਜੀ ਦਾ ਅਵਤਾਰ ਹੈ। ਹੁਣੇ 8 ਸਤੰਬਰ ਨੂੰ ਇਹ ਬੇਵਕੂਫ ਪਖੰਡੀ ਦੇ ਫਾਲੋਅਰਸ ਇਹਦਾ ਅਵਤਾਰ ਦਿਹਾੜਾ ਮਨਾ ਕੇ ਹਟੇ ਹਨ। ਤੇ ਆਓ ਸੁਣੀਏ ਇਹ ਬੰਦਾ ਕੀ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਬਾਰੇ, ਕਬੀਰ जी बारे। इनके पिताजी श्री कालूराम मेहता खत्री यानी अरोड़ा जाति से थे, हिंदू परिवार था इनका। और श्री कृष्ण जी श्री राम के खूब तगड़े पुजारी थे, सभी देवी देवताओं की पूजा करते थे। ਕਹਿੰਦਾ ਕਿ ਗੁਰੂ ਨਾਨਕ ਪਾਤਸ਼ਾਹ ਦੇਵੀ ਦੇਵਤਿਆਂ ਦੀ ਖੂਬ ਪੂਜਾ ਕਰਦੇ ਸਨ, ਜੋ ਕਿ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਬਹੁਤ ਹੀ ਗਲਤ ਹੈ। ਨਾਲ ਗੁਰੂ ਨਾਨਕ ਪਾਤਸ਼ਾਹ ਨੇ ਛੋਟੇ ਹੁੰਦਿਆਂ ਹੀ ਕਹਿ ਦਿੱਤਾ ਸੀ ਕਿ ਮੇਰਾ ਯਕੀਨ ਸਿਰਫ ਉਸ ਇੱਕ ਓਂਕਾਰ ਵਾਲੇ ਪਰਮਾਤਮਾ ਦੇ ਵਿੱਚ, ਅਕਾਲ ਪੁਰਖ ਵਿੱਚ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇੱਥੋਂ ਤੱਕ ਕਿ ਜਨੇਊ ਪਾਣ ਤੋਂ ਵੀ ਨਾ ਕਰ ਦਿੱਤੀ। ਗਿਆਨ ਜਨੇਊ, ਧਿਆਨ ਕੁਸਪਾਤੀ। ਕੁਸਪਾਤੀ ਦਾ ਮਤਲਬ ਦੱਬ ਦਾ ਛੱਲਾ। ਪੰਡਤ ਵਗੈਰਾ ਚੀਚੀ ਉਂਗਲ ਦੀ ਨਾਲ ਦੀ ਉਂਗਲ ਤੇ ਪੂਜਾ ਵਗੈਰਾ ਕਰਨ ਵਾਸਤੇ ਕੋਈ ਛੱਲਾ ਮੁੰਦਰੀ ਪਾਉਂਦੇ ਨੇ, ਉਹਨੂੰ ਕਹਿੰਦੇ ਆ ਕੁਸਪਾਤੀ। ਸੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਰਮਾਤਮਾ ਨਾਲ ਡੂੰਗੀ ਜਾਣ ਪਛਾਣ ਮੇਰਾ ਜਨੇਊ ਹੈ ਤੇ ਪ੍ਰਭੂ ਚਰਨਾਂ ਦੇ ਵਿੱਚ ਜੁੜੀ ਹੋਈ ਸੁਰਤ ਮੇਰੇ ਦੱਬ ਦਾ ਛੱਲਾ। नानक साहब जी कहते फिर मुझे बनाओ गुरु। तो कबीर साहब कहने लगे ठीक है आप गुरु जी, लेकिन मेरी कोई संशय समाधान करो गुरुदेव, मेरी कोई शंका का समाधान करो। बोलो कि ब्रह्मा विष्णु महेश की क्या स्थिति है, क्या ये जन्मते मरते हैं या इनके कोई माता पिता भी हैं? तो जैसा उन्होंने सुन रखा था ब्रजलाल पांडे से, और जैसा भी हिंदू धर्म में प्रचलित है, ये लोक वेद सारा सुना दिया। ये अजरो अमर हैं, अविनाशी हैं, इनके कोई माता पिता नहीं, श्री कृष्ण जी सर्वश्रेष्ठ हैं और श्री कृष्ण जी ने गीता का ज्ञान दिया, ये अनमोल ग्रंथ है। फिर वो नानक साहिब जी ने कुछ जो श्लोक याद थे वो सुनाए। फिर कबीर साहब ने उसके ऊपर कहा कि आप श्री कृष्ण जी कहते हो, श्री कृष्ण जी ने गीता बोली। हाँ श्री कृष्ण जी ने बोली। तो आप श्री कृष्ण जी को अजरो अमर बताते हो, उनकी जन्म मृत्यु नहीं होती? कि हाँ बिल्कुल सही है, नानक जी बोले। ਹੁਣ ਕਹਿੰਦਾ ਕਿ ਵੇਈ ਨਦੀ ਤੇ ਕਬੀਰ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਆਏ ਤੇ ਉਹਨਾਂ ਦੇ ਵਿਚਾਲੇ ਵਾਰਤਾਲਾਪ ਹੋਈ। ਫਿਰ ਕਹਿੰਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਬੀਰ ਜੋ ਕਿ ਪਰਮਾਤਮਾ ਆਪ ਸਨ, ਉਹਨਾਂ ਨੂੰ ਸਾਰੇ ਵੇਦ ਸੁਣਾ ਦਿੱਤੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਕਿਹਾ ਕਿ ਕ੍ਰਿਸ਼ਨ ਜੀ ਸਭ ਤੋਂ ਵੱਡੇ ਸਰਵਸ਼੍ਰੇਸ਼ਠ ਭਗਵਾਨ ਹਨ, ਜੋ ਕਿ ਗੁਰਬਾਣੀ ਦੇ ਮੁਤਾਬਕ ਫਿਰ ਦੁਬਾਰਾ ਬਹੁਤ ਹੀ ਗਲਤ ਹੈ। जब नानक साहिब जी की अरुचि देखी, नाराज होते दिखे, परमात्मा उठकर चल पड़े कि महाराज नाराज ना हो, हम तो शंका समाधान चाहते थे, आप नाराज ना। उठकर चल पड़े। जब वो जा लिए काफ़ी दूर, जब पूछा कि ये कौन था, उन्होंने ये कौन था जो आपको गुरु जी बोल रहा था, तब श्री नानक साहिब जी ने कहा कि ये नीच जात था, काशी का जुलाहा धानक है, और हमारे ब्रह्मा विष्णु महेश को कहता है तो नासवान है। ਫਿਰ ਕਹਿੰਦਾ ਕਿ ਉਥੇ ਆਲੇ ਦੁਆਲੇ ਬੈਠੇ ਲੋਕਾਂ ਨੇ ਜਦੋਂ ਕਬੀਰ ਜੀ ਨੂੰ ਜਾਂਦੇ ਉਥੋਂ ਵੇਖਿਆ ਗੁਰੂ ਨਾਨਕ ਪਾਤਸ਼ਾਹ ਨਾਲ ਗੱਲਬਾਤ ਕਰਕੇ, ਤੇ ਫਿਰ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਿ ਨਾਨਕ ਪਾਤਸ਼ਾਹ ਜੀ ਇਹ ਕੌਣ ਸੀ? ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਨੀਚ ਜਾਤ ਦਾ ਜੁਲਾਹਾ ਸੀ, ਜੋ ਕਿ ਐਨੀ ਤੋਬਾ ਗੁਰੂ ਨਾਨਕ ਪਾਤਸ਼ਾਹ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ। ਇਹਦਾ ਝੂਠ 2 ਮਿੰਟ 'ਚ ਫੜਿਆ ਜਾਂਦਾ।
ਐਸੇ ਵੀਡੀਓ ਦੇ ਵਿੱਚ ਇਹ ਬੰਦਾ ਕਹਿੰਦਾ ਕਿ ਕਬੀਰ ਜੀ ਸਿਰਫ ਗੁਰੂ ਨਾਨਕ ਪਾਤਸ਼ਾਹ ਨੂੰ ਦਿਸੇ। ਤੁਸੀਂ ਆਪ ਸੁਣੋ। कबीर साहब केवल नानक साहब जी को दिखाई देते, अन्य को नहीं। काफी देर चर्चा हुई। ਤੇ ਫਿਰ ਕਹਿੰਦਾ ਕਿ ਜਦੋਂ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਉੱਠ ਕੇ ਕਬੀਰ ਜੀ ਨੂੰ ਜਾਂਦੇ ਵੇਖਿਆ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੋਕਾਂ ਨੂੰ ਕਿ ਇਹ ਕਬੀਰ ਨੀਚ ਜਾਤ ਦਾ ਜੁਲਾਹਾ ਸੀ। ਪਹਿਲੇ ਲੋਕਾਂ ਨੂੰ ਕਬੀਰ ਨਜ਼ਰ ਆ ਗਿਆ, ਫਿਰ ਲੋਕਾਂ ਨੂੰ ਕਬੀਰ ਨਜ਼ਰ ਨਹੀਂ ਆਇਆ। फिर नानक साहब ने कहा कि मुझे सचखंड दिखा दो भगवान, फिर मैं मानू। शरीर को वहाँ छोड़ा, आत्मा लेकर चल पड़े। वहाँ जाकर देखा परमात्मा दूसरे रूप में स्थिर बैठे। जब परमात्मा ऊपर बैठे हैं ओवरऑल कंट्रोलर के रूप में, करोड़ सूर्य मिला दे करोड़ चंद्रमा, ऐसा चेहरा मालिक का, ऐसा स्वरूप है उनके। एक रोमकूप की ऐसी शोभा है। एक बहुत बड़े गुम्बद में विराजमान है, बहुत बड़े गुम्बद में, जैसे मंदिर नुमा गुम्बद होता है, बहुत बड़ा, पूरी पृथ्वी से भी बड़ा। इस पृथ्वी ने सीधा कर दे ऐसे। ਫਿਰ ਕਹਿੰਦਾ ਜਦੋਂ ਕਬੀਰ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਸੱਚਖੰਡ ਦੇ ਵਿੱਚ ਲੈ ਕੇ ਗਏ ਤੇ ਗੁਰੂ ਨਾਨਕ ਪਾਤਸ਼ਾਹ ਨੇ ਪਰਮਾਤਮਾ ਦਾ ਚਿਹਰਾ ਵੇਖਿਆ। ਪਰਮਾਤਮਾ ਇੱਕ ਵੱਡੇ ਗੁੰਬਦ ਦੇ ਵਿੱਚ, ਜਿੱਦਾਂ ਚੱਕਰ ਜਿਹਾ ਗੁੰਬਦ ਜਿਹਾ ਹੁੰਦਾ, ਉੱਥੇ ਬੈਠਾ ਸੀ ਤੇ ਆਪਣੇ ਕੱਛ ਦੇ ਵਿੱਚ ਪਰਮਾਤਮਾ ਨੇ ਕਰੋੜ ਸੂਰਜ ਤੇ ਕਰੋੜ ਚੰਦਰਮਾ ਦੱਬੇ ਹੋਏ ਸੀ, ਜੋ ਕਿ ਗੁਰਬਾਣੀ ਦੇ ਮੁਤਾਬਕ ਬਹੁਤ ਹੀ ਗਲਤ ਹੈ। ਕਿਉਂਕਿ ਗੁਰਬਾਣੀ ਤਾਂ ਸਾਨੂੰ ਕਹਿੰਦੀ ਹੈ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਗੁਣ ਤੇ ਪ੍ਰਭ ਭਿੰਨ, ਤਿਸੇ 부ਝਾਏ ਨਾਨਕਾ ਜਿਸ ਹੋਵੇ ਸੁਪਰਸੰਨ। इतने में वो तेजो में शरीर और परमेश्वर कबीर साहब जिंदा वाले शरीर में समा गया, एक रह गई। ਫਿਰ ਕਹਿੰਦਾ ਕਬੀਰ ਜੀ ਦਾ ਰੂਪ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਤੇ ਪਰਮਾਤਮਾ ਦੀ ਸ਼ਕਲ ਕਬੀਰ ਜੀ ਵਰਗੀ ਹੋ ਜਾਂਦੀ। ਮਤਲਬ ਪਰਮਾਤਮਾ ਆਪ ਕਬੀਰ ਜੀ ਸਨ, ਯਾਨੀ ਕਿ ਕਬੀਰ ਜੀ ਪਰਮਾਤਮਾ ਸਨ। ਲੇਕਿਨ ਜੇ ਆਪਾਂ ਕਬੀਰ ਜੀ ਦੀ ਬਾਣੀ ਨੂੰ ਪੜ੍ਹ ਕੇ ਵੇਖ ਲਈਏ ਤੇ ਸਾਨੂੰ ਪਤਾ ਲੱਗਦਾ ਕਿ ਇਹ ਬੰਦੇ ਨੂੰ ਊੜਾ ਐੜਾ ਵੀ ਨਹੀਂ ਪਤਾ ਕਬੀਰ ਜੀ ਦੀ ਲਾਈਫ ਬਾਰੇ। ਕਬੀਰ ਜੀ ਨੇ ਆਪਣੀ ਬਾਣੀ ਦੇ ਵਿੱਚ ਆਪ ਲਿਖਿਆ ਹੋਇਆ। ਕੀ ਲਿਖਿਆ ਹੋਇਆ? ਚਲੋ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ। ਸੰਕਟ ਨਹੀਂ ਪਰੇ ਜੂਨ ਨਹੀਂ ਆਵੇ, ਨਾਮ ਨਿਰੰਜਨ ਜਾਕੋ ਰੇ। ਕਬੀਰ ਜੀ ਕਹਿੰਦੇ ਨਾ ਪਰਮਾਤਮਾ ਉੱਤੇ ਸੰਕਟ ਨਹੀਂ ਆਂਦਾ, ਕੋਈ ਵਿਪਦਾ ਨਹੀਂ ਆਂਦੀ। ਪਰਮਾਤਮਾ ਜੂਨੀ ਵਿੱਚ ਨਹੀਂ ਆਂਦਾ, ਮਤਲਬ ਪਰਮਾਤਮਾ ਜੰਮਦਾ ਨਹੀਂ ਹੈ। ਪਰਮਾਤਮਾ ਉਹ ਐਸਾ ਪਰਮਾਤਮਾ ਹੈ। ਕਬੀਰ ਕੋ ਸਵਾਮੀ ਐਸੋ ਠਾਕਰ ਜਾ ਕੇ ਮਾਈ ਨਾ ਬਾਪੋ ਰੇ। ਕਬੀਰ ਦਾ ਠਾਕਰ, ਕਬੀਰ ਦਾ ਮਾਲਕ ਉਹ ਪਰਮਾਤਮਾ ਐਸਾ ਹੈ ਜਿਹਦਾ ਨਾ ਹੈ ਕੋਈ ਪਿਓ ਤੇ ਨਾ ਹੈ ਪਰਮਾਤਮਾ ਦੀ ਕੋਈ ਮਾਂ ਹੈ। ਮਤਲਬ ਕਬੀਰ ਜੀ ਆਪ ਕਹਿ ਰਹੇ ਨੇ ਪਰਮਾਤਮਾ ਦਾ ਨਾ ਕੋਈ ਪਿਓ ਹੈ, ਨਾ ਪਰਮਾਤਮਾ ਦੀ ਕੋਈ ਮਾਂ ਹੈ, ਨਾ ਪਰਮਾਤਮਾ ਜਨਮ ਲੈਂਦਾ ਹੈ ਤੇ ਨਾ ਹੀ ਪਰਮਾਤਮਾ ਜੂਨ ਦੇ ਵਿੱਚ ਆਂਦਾ ਹੈ। ਸੋ ਕਬੀਰ ਜੀ ਦੇ ਆਪਣੀ ਬਾਣੀ ਦੇ ਅਕੋਰਡਿੰਗਲੀ ਕਬੀਰ ਜੀ ਖੁਦ ਪਰਮਾਤਮਾ ਹੋ ਹੀ ਨਹੀਂ ਸਕਦੇ ਤੇ ਨਾ ਹੀ ਕਦੀ ਕਬੀਰ ਜੀ ਨੇ ਪਰਮਾਤਮਾ ਹੋਣ ਦਾ ਕੋਈ ਕਲੇਮ ਕੀਤਾ। ਸੋ ਇਹ ਬੰਦਾ ਅੱਤ ਦਾ ਝੂਠ ਤੇ ਝੂਠ ਬੋਲੀ ਜਾ ਰਿਹਾ। ਸਭ ਤੋਂ ਵੱਡੇ ਅਫਸੋਸ ਦੀ ਗੱਲ ਤੇ ਇਹ ਹੈ ਕਿ ਇਹ ਬੰਦੇ ਨੇ ਸਿੱਖੀ ਦਾ ਇੰਨਾ ਨੁਕਸਾਨ ਪੰਜਾਬ ਦੇ ਵਿੱਚ ਰਹਿ ਕੇ ਕੀਤਾ ਤੇ ਆਪਾਂ ਸਿੱਖਾਂ ਨੇ ਇਸ ਦੇ ਖਿਲਾਫ ਕੋਈ ਵੀ ਆਵਾਜ਼ ਨਹੀਂ ਉਠਾਈ। ਆਪਾਂ ਕਦੀ ਵੀ ਇਸ ਬੰਦੇ ਨੂੰ ਅਪੋਜ਼ ਨਹੀਂ ਕੀਤਾ ਤੇ ਮੈਨੂੰ ਵੀ ਇਸ ਬੰਦੇ ਦੇ ਬਾਰੇ ਹੁਣੇ ਹੀ ਪਤਾ ਚੱਲਿਆ। ਲੇਕਿਨ ਇਸ ਬੰਦੇ ਦੀ ਫੋਲੋਇੰਗ 1.5 ਲੱਖ ਤੋਂ ਵੀ ਵੱਧ ਹੈ। ਤਾਂ ਆਪੇ ਸੋਚੋ ਤੁਸੀਂ ਇਸ ਬੰਦੇ ਨੇ ਸਿੱਖੀ ਦਾ ਕਿੰਨਾ ਨੁਕਸਾਨ ਕੀਤਾ ਹੋਵੇਗਾ। ਅੱਜ ਇਹ ਬੰਦਾ ਮਰਡਰ ਕੇਸ ਦੇ ਵਿੱਚ ਜੇਲ੍ਹ ਦੀ ਸਜ਼ਾ ਭੁਗਤ ਰਿਹਾ, ਲੇਕਿਨ ਹਜੇ ਵੀ ਬਾਹਰ ਇਹਦੇ ਫੋਲੋਵਰਸ ਵੱਧਦੇ ਜਾ ਰਹੇ ਆ। ਇਹਦੇ ਆਸ਼ਰਮ ਦੇ ਵਿੱਚ ਹੋਰ ਲੋਕੀ ਸੰਤ ਬਾਬਾ ਰਾਮਪਾਲ ਜੈ ਕਹਿ ਕੇ ਜਾਏ ਜਾ ਰਹੇ ਆ। ਹਜੇ ਵੀ ਇਹ ਬੰਦਾ ਜੇਲ੍ਹ ਦੇ ਵਿੱਚ ਰਹਿ ਕੇ ਵੀ ਸਿੱਖੀ ਦਾ ਨੁਕਸਾਨ ਕਰ ਰਿਹਾ। ਸੋ ਅੱਜ ਮੇਰੀ ਇਸ ਵੀਡੀਓ ਦੇ ਰਾਹੀਂ ਇਹੀ ਬੇਨਤੀ ਹੈ ਕਿ ਆਪਾਂ ਗੁਰਬਾਣੀ ਨੂੰ ਪੜ੍ਹੀਏ, ਗੁਰਬਾਣੀ ਨੂੰ ਸਮਝੀਏ ਤੇ ਇਹ ਦੇਹਧਾਰੀਆਂ ਨੂੰ ਨਾ ਮੰਨੀਏ। ਇਹ ਦੇਹਧਾਰੀਆਂ ਦਾ ਆਪਾਂ ਪਰਦਾਫਾਸ਼ ਕਰੀਏ ਸਾਰੇ ਮਿਲ ਕੇ। ਇਹ ਦੇਹਧਾਰੀਆਂ ਨੂੰ ਲਾਲਚ ਸਿਰਫ ਤੇ ਸਿਰਫ ਪੈਸਿਆਂ ਦਾ ਹੈ। ਤੁਸੀਂ ਵੇਖੋ ਇਹ ਬੰਦੇ ਦੀ 2019 ਦੇ ਵਿੱਚ ਨੈਟ ਵਰਥ 1 ਮਿਲੀਅਨ ਤੋਂ 5 ਮਿਲੀਅਨ USD ਯੂਨਾਈਟਿਡ ਸਟੇਟ ਡਾਲਰ ਸੀ। ਮਤਲਬ ਇੰਡੀਆ ਦੀ ਕਰੰਸੀ ਦੇ ਮੁਤਾਬਿਕ ਇਸ ਬੰਦੇ ਕੋਲ 2019 ਦੇ ਵਿੱਚ 10 ਕਰੋੜ ਤੋਂ ਵੱਧ ਰੁਪਈਆ ਸੀ। ਇਹ ਬੰਦੇ ਨੇ ਆਪ ਤਾਂ ਨਹੀਂ ਕਮਾਇਆ, ਇਹਨੇ ਲੋਕਾਂ ਨੂੰ ਠੱਗਿਆ। ਸੋ ਅੱਜ ਦਾ ਦੇਹਧਾਰੀ ਸਿਰਫ ਲਾਲਚ ਦਾ ਬੱਧਾ ਹੋਇਆ ਇੱਕ ਬੰਦਾ ਵੈ ਜਿਹਦੇ ਕੋਲ ਕੋਈ ਸ਼ਕਤੀ ਨਹੀਂ। ਭਾਵੇਂ ਉਹ ਦੇਹਧਾਰੀ ਨਿਰੰਕਾਰੀ ਹੈ, ਭਾਵੇਂ ਉਹ ਦੇਹਧਾਰੀ ਨਾਮਧਾਰੀ ਹੈ, ਭਾਵੇਂ ਉਹ ਦੇਹਧਾਰੀ ਹੈ ਸੰਤ ਰਾਮਪਾਲ ਹੈ, ਭਾਵੇਂ ਉਹ ਦੇਹਧਾਰੀ ਰਾਧਾ ਸੁਆਮੀ ਹੈ। ਇਹ ਸਾਰੇ ਦੇ ਸਾਰੇ ਲੋਕ ਦੇਹਧਾਰੀ ਗੁਰੂ, ਕਿਸੇ ਕੋਲ ਕੋਈ ਸ਼ਕਤੀ ਨਹੀਂ। ਇਹ ਤੁਹਾਨੂੰ ਰੱਬ ਦੇ ਕੋਲ ਨਹੀਂ ਲੈ ਕੇ ਜਾ ਸਕਦੇ, ਇਹ ਤੁਹਾਨੂੰ ਪਰਮਾਤਮਾ ਦਾ ਸਹੀ ਮਾਰਗ ਨਹੀਂ ਦੱਸ ਸਕਦੇ। ਇਹ ਸਿਰਫ ਤੇ ਸਿਰਫ ਪੈਸੇ ਦੇ ਖਾਤਰ ਆਪਣੀਆਂ ਜੇਬਾਂ ਭਰ ਰਹੇ ਨੇ। ਤਾਂ ਆਪਾਂ ਗੁਰਬਾਣੀ ਨੂੰ ਪੜ੍ਹ ਕੇ, ਵਿਚਾਰ ਕੇ, ਸਮਝ ਕੇ ਇਹੋ ਜਿਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਈਏ। ਇਹ ਹਰ ਇੱਕ ਸਿੱਖ ਦਾ ਫਰਜ਼ ਹੈ।
ਸੋ ਅੱਜ ਵਾਸਤੇ ਮੇਰੀ ਐਨੀ ਬੇਨਤੀ ਸੀ, ਅੱਜ ਦੀ ਵੀਡੀਓ ਦੇ ਰਾਹੀਂ ਮੈਂ ਸਿਰਫ ਕੌਮ ਨੂੰ ਇੱਕ ਹੋਰ ਕੌਨਮੈਨ, ਇੱਕ ਹੋਰ ਧੋਖੇਬਾਜ਼ ਫਰੋਡ ਇਨਸਾਨ ਦੇ ਬਾਰੇ ਸੁਚੇਤ ਕਰਨਾ ਚਾਹੁੰਦਾ ਸੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।